ताकि अगर आप यहाँ पर कोई आ गया है, वर्क परमिट पर आया है, तो वर्क घंटे काम करी तो बस सारा दिन वेले 5 बजे तक अच्छा अच्छा 5 बजे उठी दा अपना काम शाम शुरू तो करी दा अपना काम शाम मुका के वेले हो के स्केल के हिसाब नाल होंदी है जो नवे बंदे की तनख्वाह कितनी होंदी है तो पुराने की कितनी होंदी है। अस्सलाम वालेकुम रहमतुल्लाहि व बरकातहू। नाज़रीन, क्या हाल चाल है? ठीक है, उम्मीद है आप सब खैरियत से होंगे। आज आपने पहले भी इनका इंटरव्यू देखा होगा और ये तुर्की में है और ये क्या काम करते हैं और कितने अरसे से करते हैं, इन भाई के साथ आज इंटरव्यू करते हैं और आपको बताते हैं कि इनकी सैलरी और इनका काम और ड्यूटी टाइम क्या है। चलें जी मेरे साथ। जी अस्सलाम वालेकुम, क्या हाल है? वालेकुम सलाम हाँ जी, पंजाबी ਦੇ ਵਿੱਚ ਹੋ ਜਾਵੇ ਅੱਜ, ਪਹਿਲੇ ਉਰਦੂ ਵਿੱਚ ਹੋਇਆ, ਪੰਜਾਬੀ ਸਹੀ ਹੈ। या बैठी ਅੱਛਾ, ਪੰਜਾਬੀ ਦੇ ਵਿੱਚ ਥੋੜਾ ਸਾ ਇੰਟਰਵਿਊ ਹੁੰਦਾ ਪਿਆ, ਜਿਹਨੂੰ ਕੋਈ ਸਮਝ ਨਾ ਆਉਂਦੀ ਵੀ ਹੋਵੇ ਤਾਂ ਕਿਸੇ ਚੀਜ਼ ਦੀ ਅਗਰ ਤੁਹਾਨੂੰ ਸਮਝ ਨਾ ਆਵੇ ਤੁਸੀਂ ਮੇਰੇ ਕੋਲ ਪੁੱਛ ਸਕਦੇ ਹੋ। अच्छा, सबसे पहले अच्छा ਤੁਹਾਨੂੰ कितना टाइम ਇੱਥੇ ਹੋ ਗਿਆ? मैं 10 साल हो चुके ਅੱਛਾ, ਤੁਰਕੀ ਦੇ ਵਿੱਚ 10 तुर्की ਸਾਲ विच ਹੋ ਗਏ। 10 साल हो चुके ਅੱਛਾ, ਕੰਮ ਸ਼ਮ ਤੁਹਾਡਾ ਕਿਹੜਾ ਜਾਨਵਰਾਂ ਦਾ? जानवरों में ਅੱਛਾ, ਤੁਹਾਡੇ ਕੋਲ ਇਸ ਟਾਈਮ ਡੇਰੇ ਦੇ ਉੱਤੇ ਕਿਤਨੇ ਪਾਕਿਸਤਾਨੀ, ਕਿਤਨੇ ਤੁਰਕਸ਼, ਕਿਤਨੇ ਕੰਮ ਕਰ ਰਹੇ ਨੇ? साडे कोल पाकिस्तानी 10 कर रहे हैं काम इस टाइम ਇਸ ਟਾਈਮ 10 ਪਾਕਿਸਤਾਨੀ ਕੰਮ ਕਰ ਰਹੇ ਨੇ कर रहे ਤੇ ਕਮ ਅਜ਼ ਕਮ ਵੀ ਮਤਲਬ ਉਹ ਨਵੇਂ ਬੰਦੇ ਦੀ ਜਿਹੜੀ 30,000 ਰੁਪਇਆ 35,000 ਰੁਪਇਆ ਤਨਖਾਹ ਤੇ ਜਿਹੜਾ ਪੁਰਾਣਾ ਬੰਦਾ ਉਹਦੀ 50 ਤੋਂ 60 ਠੀਕ 50 ਹੈ 60 40 ਹਜ਼ਾਰ ਵੀ ਲੀਰਾ, 40 ਵੀ 40 50 60 ਹਜ਼ਾਰ ਲੀਰਾ। ਹਾਂਜੀ ਠੀਕ ਹੋ ਗਿਆ। ਅੱਛਾ, ਉਸ ਤੋਂ ਬਾਅਦ ਅਗਰ ਕਿਸੇ ਬੰਦਾ ਪਾਕਿਸਤਾਨ ਤੋਂ ਇੱਥੇ ਆਇਆ, ਅਗਰ ਉਸਨੂੰ ਕੋਈ ਐਕਸਪੀਰੀਅੰਸ ਨਹੀਂ ਹੈ, ਕੋਈ ਕੰਮ ਨਹੀਂ ਕਰਦਾ ਰਿਹਾ, ਵਿਹਲਾ ਰਿਹਾ, ਅਗਰ ਉਹ ਇੱਥੇ ਆ ਕੇ ਉਹਨੂੰ ਘੱਟ ਤੋਂ ਘੱਟ ਕਿਤਨੀ ਤਨਖਾਹ ਮਿਲ ਸਕੇਗੀ? ਘੱਟ ਤੋਂ ਘੱਟ ਉਹਨੂੰ 20,000 ਰੁਪਇਆ ਲੱਗਣੀ 20,000 ਹਾਂਜੀ ਲੱਗੇਗੀ, ਨਵੇਂ ਮਤਲਬ ਬੰਦੇ ਉਹ ਨਵੇਂ ਬੰਦੇ ਨੂੰ ਕਿਸੇ ਹਾਂਜੀ ਚੀਜ਼ ਦਾ ਨਹੀਂ ਪਤਾ। ਹਾਂਜੀ ਓਕੇ ਹੋ ਗਿਆ। ਅੱਛਾ, ਉਸ ਤੋਂ ਬਾਅਦ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਕਿ ਇੱਥੇ ਜਿਹੜਾ ਮੱਝਾਂ ਡੰਗਰਾਂ ਦਾ ਕੰਮ ਮਤਲਬ ਠੀਕ ਹੈ, ਡਿਊਟੀ ਵਗੈਰਾ ਸਖਤ ਤਾਂ ਨਹੀਂ ਹੁੰਦੀ? ਸ਼ੁਕਰ ਹੈ ਅੱਲਾ ਦਾ 2 ਘੰਟੇ ਸਵੇਰੇ 2 ਘੰਟੇ ਸ਼ਾਮੀ ਅੱਛਾ, ਇੱਥੇ ਜਿਹੜੀਆਂ ਮੱਝਾਂ ਹੁੰਦੀਆਂ ਉਹਨੂੰ ਮਸ਼ੀਨ ਨਾਲ ਚੋਂਦੇ ਨੇ ਜਾਂ ਉਹ ਹੱਥ ਨਾਲ ਚੋਣ ਦਾ ਸਿਸਟਮ ਹੈ ਜਾਂ ਕੀ ਹੁੰਦਾ ਹੈ? ਇੱਥੇ ਸਭ ਸਿਸਟਮ ਮਸ਼ੀਨ ਦਾ ਸਭ ਸਿਸਟਮ ਮਸ਼ੀਨ ਦਾ ਅੱਛਾ, ਸਿਰਫ ਤੁਸੀਂ ਉਹ ਦਾਣਾ ਜਿਹਾ ਪਾਣਾ ਹੁੰਦਾ ਬਸ? ਦਾਣਾ ਪਾਣਾ ਜਾਂ ਵੰਡਾ ਪਾਣਾ ਹਰ ਸ਼ੈ ਅੱਛਾ ਅੱਛਾ, ਯਾਨੀ ਕਿ ਕਿਤਨੀ ਦੇਰ ਦਾ ਹੁੰਦਾ ਤੁਹਾਨੂੰ? ਅਗਰ 100 ਜਾਨਵਰ ਮੈਂ ਇੱਥੇ ਤੁਹਾਡਾ ਦੇਖਿਆ ਜੀ, ਅਗਰ ਉਹ 100 ਜਾਨਵਰ, ਸ਼ਾਇਦ ਮੈਂ ਪਹਿਲੇ ਵੀਡੀਓ ਦੇ ਵਿੱਚ ਦੇਖਿਆ ਹੋਵੇ, ਤੇ ਉਹ 100 ਜਾਨਵਰ ਦੇ ਉੱਤੇ ਕਿਤਨਾ ਟਾਈਮ ਲੱਗਦਾ ਸੀ ਉਹ ਖੁਰਾਕ ਵੰਡਾ ਪਾਉਣ ਦੇ ਉੱਤੇ? ਤਕਰੀਬਨ ਉਹਦੇ ਤੇ ਤਕਰੀਬਨ 2 ਘੰਟੇ ਕੰਮ ਨਾਲ ਅੱਛਾ, 2 ਘੰਟੇ ਕੰਮ ਹਾਂਜੀ ਹੁੰਦਾ ਮਾਰਨਿੰਗ ਦੇ ਟਾਈਮ? ਦੁਪਹਿਰ ਮਾਰਨਿੰਗ ਨੂੰ ਕੀ ਪਾਉਂਦੇ ਹੋ ਤੁਸੀਂ? ਕੋਈ ਸ਼ੈ ਨਹੀਂ ਅੱਛਾ, ਕੋਈ ਤੁਸੀਂ ਮਤਲਬ ਸੁਬਹ ਤੁਹਾਡੀ ਸ਼ਾਮ ਕੀ ਦਾ ਕੰਮ ਡਿਊਟੀ ਕੀ ਹੁੰਦੀ, ਫਿਰ ਤੁਸੀਂ ਵਿਹਲੇ ਹੁੰਦੇ ਹੋ ਬਸ? ਹਾਂ ਸੁਬਹ 6 ਵਜੇ ਉੱਠੀ ਦਾ ਠੀਕ ਹੈ 2 ਘੰਟੇ ਨਹਾ ਧੋ ਕੇ ਰੋਟੀ ਛੋਟੀ ਖਾ ਕੇ ਸਕੂਨ ਦੇ ਨਾਲ ਆਪਣੀ ਲੈਫ ਗੁਜ਼ਰੇਗੀ ਠੀਕ ਹੋ ਗਿਆ। ਅੱਛਾ, ਉਸ ਤੋਂ ਬਾਅਦ ਮਜ਼ੀਦ ਤੁਸੀਂ ਕੀ ਆਖਣਾ ਚਾਹੁੰਦੇ ਹੋ ਕਿ ਅਗਰ ਪਾਕਿਸਤਾਨੀ ਇੱਥੇ ਆਵਣ ਤੇ ਉਹਨਾਂ ਨੂੰ ਕੰਮ ਸ਼ਮ ਨਾ ਮਿਲੇ ਤੇ ਉਹ ਇੱਥੇ ਆ ਕੇ ਮੱਝਾਂ ਦਾ ਕੰਮ, ਅੱਛਾ ਪਾਕਿਸਤਾਨ ਤੋਂ ਆਸਾਨ ਹੈ ਇੱਥੇ? ਸਾਨ ਇੱਥੇ ਇੱਥੇ ਆਸਾਨ ਹੈ ਮੇਰੇ ਕਿਉਂਕਿ ਨਾਲ ਮਸ਼ੀਨਰੀ ਦਾ ਹੈ ਉੱਥੇ ਦਾ, ਮੈਂ ਜਾ ਕੇ ਉਹ ਹਲੇ ਵੀ ਹਾਂ ਬਾਜ਼ ਔਕਾਤ ਉਹ ਚੋਂਦੇ ਨੇ ਮੱਝਾਂ ਸ਼ੱਝਾਂ ਮੱਝਾਂ ਖਾਣ। ਚੋਂਦੇ ਨੇ ਉੱਥੇ ਪੱਠੇ ਵੱਢਦੇ ਨੇ ਫਿਰ ਕੁਤਰਦੇ ਨੇ ਲਿਆ ਕੇ ਇੱਥੇ ਹਰ ਸ਼ੈ ਮਸ਼ੀਨਰੀ ਦਾ ਮਸ਼ੀਨਰੀ ਦੀ ਹੁੰਦੀ ਆ ਹਰ ਚੀਜ਼ ਓਕੇ ਹੋ ਜਾਂਦੀ ਹੈ। ਹਾਂਜੀ ਅੱਛਾ, ਸੈਲਰੀ ਮਤਲਬ ਕਿ ਅਗਰ ਇਸ ਫੀਲਡ ਦੇ ਵਿੱਚ ਫੈਕਟਰੀ ਨਾਲ ਜ਼ਿਆਦਾ ਇਸ ਫੀਲਡ 'ਚ ਜ਼ਿਆਦਾ ਸੈਲਰੀ ਹੈ, ਇੱਥੇ ਸੈਲਰੀ ਜ਼ਿਆਦਾ ਡਿਊਟੀ ਫਿਰ ਮਤਲਬ ਬੜੀ ਘੱਟ ਹੈ? ਡਿਊਟੀ ਘੱਟ ਹੈ ਫੈਕਟਰੀ 'ਚ ਬੜੀ ਜਲਾਲਤ ਹੈ ਇੱਕ ਤੇ ਰੈਸ਼ ਦਾ ਖਰਚਾ ਵਾਈਫਾਈ ਕੱਪੜਾ ਜੁੱਤੀ ਹਰ ਸ਼ੈ ਤੇ ਹਰ ਸ਼ੈ ਮਾਲਕ ਦੀ ਹੈ ਅੱਛਾ, ਤੁਹਾਨੂੰ ਰੈਸ਼ ਵਗੈਰਾ ਵੀ ਉਹ ਵੀ ਮਾਲਕ ਦੀ ਹੁੰਦੀ ਹੈ? ਉਸ ਤੋਂ ਬਾਅਦ ਜਿਹੜੇ ਤੁਹਾਡੇ ਖਰਚੇ ਵਗੈਰਾ ਹੋਣ, ਕਦੀ ਆਣਾ ਜਾਣਾ, ਪੈਟਰੋਲ ਗੱਡੀ, ਸਭ ਮਾਲਕ ਦਿੰਦਾ? ਹਰ ਸ਼ੈ ਮਾਲਕ ਦੀ ਗੱਡੀ ਵੀ ਹੈ ਮਾਲਕ ਠੀਕ ਹੋ ਗਿਆ, ਕਦੀ ਆਣਾ ਜਾਣਾ ਹੋਵੇ ਤੇ ਉਹ ਤੁਹਾਡਾ ਹੁੰਦਾ? ਹਾਂ ਅੱਛਾ, ਸਾਡੇ ਬੰਦੇ ਪਾਕਿਸਤਾਨੀ ਮੁਸ਼ਵਰ ਕੀ ਦੱਸੋ ਕਿ ਅਗਰ ਕੋਈ ਇੱਥੇ ਆਮਨ ਤੇ ਫੈਕਟਰੀਆਂ ਜ਼ਿਆਦਾ ਕੀ ਹੁੰਦਾ ਕਿ ਅਗਰ ਜਿਵੇਂ ਇੱਥੇ ਕੋਈ ਡੇਰਿਆਂ ਦੇ ਉੱਤੇ ਕੰਮ ਸ਼ਾ ਮਿਲ ਜਾਂਦਾ ਹੈ, ਜਿਵੇਂ ਵਿਲੇਜ ਵਗੈਰਾ ਬਣੇ ਹੋਏ ਉੱਥੇ ਕੰਮ ਵਗੈਰਾ ਜ਼ਿਆਦਾ ਠੀਕ ਹੁੰਦਾ ਹੈ? ਇੱਥੇ ਠੀਕ ਹੈ ਕੰਮ ਅੱਛਾ, ਫੈਕਟਰੀ ਮਤਲਬ ਨਾਲ ਇੱਥੇ ਜ਼ਬਰਦਸਤ ਉਹ ਫੈਕਟਰੀ ਦੇ ਵਿੱਚ ਕਮ ਸੇ ਕਮ 10-12 ਘੰਟੇ ਡਿਊਟੀ ਹੁੰਦੀ 10-12 ਘੰਟੇ ਡਿਊਟੀ ਫੈਕਟਰੀ ਦੇ ਵਿੱਚ ਹੈ, ਇੱਥੇ ਤੁਹਾਡੇ 4 ਘੰਟਿਆਂ ਦਾ ਕੰਮ? ਇੱਥੇ 4 ਘੰਟੇ ਦਾ 4 ਤੋਂ 5 ਲਾ ਲਓ ਹਾਂ, ਯਾਨੀ ਕਿ ਨੋਰਮਲ ਜ਼ਿਆਦਾ 4 ਤੋਂ 5 ਘੰਟੇ ਜ਼ਿਆਦਾ ਜੇ ਜ਼ਿਆਦਾ ਲਾ। ਸਪੀਡ ਨਾਲ ਕਰ ਲਓ ਛੇਤੀ ਮੌਕੇ ਤੇ ਜੇ ਆਰਾਮ ਆਰਾਮ ਨਾਲ ਲੱਗੇ ਰਹੋ ਤੇ ਫਿਰ 5 ਘੰਟੇ ਲਾ ਲਓ 6 ਘੰਟੇ ਵੀ ਲਾ ਲਓ ਹਾਂ, 6 ਘੰਟੇ ਆਪਣੀ ਫਿਰ ਵੀ ਮਰਜ਼ੀ ਹੈ ਹਾਂ, ਮਤਲਬ 24 ਘੰਟਿਆਂ ਦੇ ਵਿੱਚ 24 ਘੰਟਿਆਂ ਦੇ ਵਿੱਚ ਅਗਰ ਤੁਸੀਂ ਕਰਦੇ ਹੋ 6 ਘੰਟੇ ਵੀ ਕੰਮ ਕਰਦੇ ਹੋ ਜਾਂ 5 ਘੰਟੇ ਵੀ, 24 ਘੰਟੇ ਹੁੰਦੇ ਨੇ ਨਾ? ਹਾਂ 24 ਘੰਟੇ ਅਗਰ ਤੁਸੀਂ ਉਹਦੇ ਵਿੱਚ ਵੀ ਕੰਮ ਕਰਦੇ ਹੋ ਫਿਰ ਵੀ ਉਸ ਤੋਂ ਬਾਅਦ ਤੁਸੀਂ ਕੋਈ ਵੀ ਆਨਲਾਈਨ ਕੰਮ ਸ਼ਮ ਵੀ ਕਰ ਸਕਦੇ ਹੋ। ਹਾਂਜੀ अगर ਤੁਹਾਡੇ ਕੋਲ सवारी है तो बाहर भी कोई तुसी काम शम कर सकते हो पार्ट कर टाइम 2 सकते 3 घंटे? कर सकते ठीक हो गया। अच्छा, आज की हमारी ये वीडियो का ये मौजू था, ये हमारे भाई हैं, इनका एक पहले भी मैंने इंटरव्यू भी
آپ کو بتایا تھا کہ وہ ماشاءاللہ ایک بہت اچھا انٹرویو ان کا گزرا. تو یہ بھی انٹرویو ان کا میں نے کہا ان کو تاکہ آپ کو کام سے پتہ چل جائے. اور یہاں پر میں نے ان کا سسٹم دیکھا ہے, آپ نے پہلے بھی دیکھا ہوگا, ان کی یہاں پہ بہت اچھی رہائش وغیرہ بھی کمپنی والوں نے دی. اچھا یہاں پہ کوئی شرط ہے کہ ضروری بندہ لیگل ہو, ورک پرمٹ ہو, یا کملی کو ٹی آر سی جس کو کہتے ہیں, اس کا کوئی ایشو وغیرہ ہے یہاں پر؟ نہیں کیوں نہیں ہے, ڈنگروں پہ کام پیش. اچھا یہاں پہ کوئی مسئلہ کوئی نہیں, مسئلہ نہیں اگر وہ لیگل ہے تو ان کو تھوڑا بینیفٹ ہوتا ہے, مطلب وہ ایسے سیلری پیکج پھر بھی وہی ہوتے ہیں. وہی ہوتا ہے. اچھا اچھا اچھا. پرمٹ اس کا کینسل ہو گیا تو بجائے واپس جانے کے, اگر کسی ولیج میں تو سختی نہیں ہوتی پولیس کی؟ سختی ہے. اچھا یہاں پہ مطلب وہ چیکنگ وغیرہ ہوتی ہے؟ ہوتی ہے, بہت ہوتی ہاں یہاں پہ چیکنگ ہوتی ہے, پر جب آپ کسی مالک کے ساتھ اٹیچ ہو پھر وہ آپ کو سپورٹ کر دیتے ہیں. ہے. ہاں مجھے شکر اللہ کا, ادھر 10 سال ہو چکے ہیں, شکر اللہ کا, ایک دفعہ پولیس نے نہیں پکڑا ہے مجھے. جی جی. اور میں ان کو, آپ کے علم میں ہو, ان کو میں 10 سال سے ہی جانتا ہوں. جس ٹائم یہ ترکی میں آئے میں اس ٹائم کے ان کو جانتا ہوں, ان کے والد صاحب کو, مطلب ان کے ساتھ ایک بہت اچھے ریلیشن ہے. تو جس وجہ سے آپ آئے تھے تو میں نے کہا ان کا انٹرویو کروں تاکہ آپ کے علم میں اضافہ ہو سکے. آپ کو کوئی اور چیز چاہیے اور کچھ پتہ چل جائے تو وہ از اے گڈ بینیفٹ ہے آپ کے لیے. اور اس کے علاوہ اگر آپ کو کوئی اور انفارمیشن چاہیے, اگر آپ یہاں پر رہنا چاہتے ہو, اگر ورک پرمٹ پر آتے ہو, اور بعض لوگ پریشان ہوتے ہیں جی وہ وہاں پہ ورک پرمٹ ہوٹلوں کا بتاتے ہیں لوگوں کو, تو اس ورک پرمٹ پر یہاں پر نہیں آ سکتے, نہیں آ سکتے, فراڈ ہے. ٹھیک ہے, وہ بالکل فراڈ ہوتا ہے. تو کیا اگر ان کو کوئی ایجنٹ یہ والا ورک پرمٹ دے دے تو یہ کام مشکل تو نہیں ہے اتنا؟ نہیں یہ مشکل ہے, اچھا اچھا اچھا. یہ نہیں ہو سکتا. ہاں مطلب کہ اگر آپ کو وہ ہوٹل کے کام پہ ویزے پہ آتے ہیں, کسی کمپنیوں کے آتے ہیں, تو ظاہری بات ہے اس کے لیے اگر آپ کی پاکستان کے اندر اگر آپ کا کوئی ایکسپیرینس ہے, اگر آپ کچھ ولیج میں رہتے ہیں, گاؤں میں, تو اگر وہ آپ کے اس طرح کا ماحول ہے تو پھر جسٹلی آپ کو فائدہ ہے اس چیز کا, فائدہ ہے, بالکل سر, پھر فائدہ ہے آلریڈی. اس کے علاوہ آپ کو کوئی فائدہ نہیں ہوگا. اگر آپ یہاں پر آتے ہیں تو اگر آپ کا ورک پرمٹ ہو جاتا ہے تو اس چیز کا فائدہ ہے. اس کے لیے آپ کے پاس پاکستان سے کچھ ایکسپیرینس ہو تو زیادہ فائدہ ہے. ہاں ڈیوٹی ادھر بہت کم ہے, آپ 4 سے 5 گھنٹے کا ڈیوٹی کرتے ہیں. تو میں نے پچھلی ویڈیو میں بتایا تھا کہ یہ 5 گھنٹے ڈیوٹی کر کے یا 4 گھنٹے, کیونکہ ان کا ایکسپیرینس ہو گیا تو پاکستانی کچھ 4-5 لاکھ روپے ان کی سیلری بن جاتی ہے. مطلب سیلری ہوتی ہے, سیلری کے علاوہ ان کے پیسے کیوں کرتے ہیں؟ تاکہ ان کا جو ڈیرا بنا ہوا ہے وہاں پر لوگ مختلف جانور لے کر آتے ہیں, اور ان کو جانور کی وہ جو کٹنگ ہوتی ہے, اس کی مشینری ہے, تو یہ اپنا ادھر سٹاف وغیرہ لگا کر ان کی کٹنگ وغیرہ کر دیتے ہیں. تو اس سے ان کو کچھ وہ ظاہری بات ہے وہ پیسے دے جاتے ہیں, تو پھر وہ ڈیوائڈ کرتا ہے, وہ ان کے ایکسٹرا ہوتے ہیں سیلری کے علاوہ. کیونکہ آنر ان کے ساتھ ایک بہت اچھا, اس دوران آپ کام بھی کر سکتے ہیں. مطلب جس طرح ہمارے پاس تو وہ ہوتا ہے نا کہ کسائی ہوتے ہیں, وہ گوشت کر کے تو پھر وہاں پہ سیل کرتا ہے. لوگ یہاں پہ آتے ہیں, گوشت کروا کے وہ پیکٹ بنوا کر تو لے جاتے ہیں اور اپنی شاپ پر سیل کرتے ہیں. تو ان کے پاس یہ سارا سسٹم ہے, اور آنر اگر اچھا ہو تو وہ کہتا ہے ٹھیک ہے تمہاری تو یہ ڈیوٹی ہے, تم یہ ایکسٹرا کام کر رہے ہو, تو یہ پیسے اتنے پیسے آپ رکھ لو. تو وہ ان کو مہینے کے اندر کچھ 8-10 جانور بھی یہ ایکسٹرا کر لیتے ہیں, تو وہ ان کو بینیفٹ ہو جاتا ہے, جس وجہ سے ان کی 5-6 لاکھ روپے منتھلی سیلری بن جاتی ہے. یہی ہوتا ہے اس کے لیے. ویسے آپ اپنے ادھر کام پر مطمئن خوش ہیں؟ اور ان کو اگر کسی کمپنی کے اندر, کسی فیکٹری کے اندر کام پر بھیجے تو ان سے وہ نہیں ہوگا, کیونکہ وہاں پہ ڈیوٹی بہت زیادہ ہے. ڈیوٹی بہت ہے. اور ان کا جو کہ ایکسپیرینس ہوگا, جہاں پر وہ لوگ اگر 4 سے 5 گھنٹے میں کام کر رہے ہیں تو یہ 3 گھنٹے کے اندر کام کرے. آج میں نے ان کی روٹین دیکھی تھی جب آپ ادھر گئے ہوئے تھے, تو یہ 1.5 سے 2 گھنٹے کا ان کا کام تھا, وہ کر کے پھر آ گئے. مطلب یہ ایکسپیرینس ہوتا ہے تو وہ ڈیوٹی آپ کی کم ہوتی جاتی ہے. صرف آپ کی ڈیوٹی ہوتی ہے کہ ان کو وہ دانا سا ڈالنا ہوتا ہے, اور وہ مشین ہوتی ہے دودھ وغیرہ نکالنا ہوتا ہے, تو جسٹ اس کے اوپر اتنا ٹائم نہیں بنایا ہوتا. تو آپ کو یہ میری ویڈیو کیسی لگی؟ مزید آپ مجھے اپنی دعاؤں کے اندر یاد رکھیں. اللہ آپ کو خوش رکھے, آباد رکھے. مجھے اجازت دے دیجیے گا. اللہ حافظ.